बैठ के आराधना करने का सौभाग्य देता। तो छोटे ब्रदर इकबाल जी उन्होंने फोन आया से कहते सी भी इस पोर्शन में खोलिया करो ताकि हवा हवा भी लगती रहे तो आराधना इतने कराया करो। तो प्रभु का धन्यवाद हो। सो आप प्रभु के वचन जो देखते आ रहे हैं कि जो कोई प्रभु वाल मुद्दा है एक ही होता है और परमेश्वर वालों और पुत्र वालों और पवित्र आत्मा पवित्र आत्मा वालों जो होता है उनमें से देख रहे हैं कि सब तो पहला नवा जन्म या नवे सिरे तो पैदा होना। हालेलुया। ਉਹਦੇ ਵਿੱਚ ਅਸੀਂ ਕੁਝ ਗੱਲਾਂ ਨੂੰ ਸਿੱਖਦੇ ਆ ਰਹੇ ਸੀ ਔਰ ਮੇਰੇ ਖਿਆਲ ਆ ਜਬੂਰ 110 ਦੀ 3 ਪੜਿਆ ਸੀਗਾ। ਹਾਂਜੀ। ਉਸ ਤੋਂ ਬਾਅਦ ਦੂਸਰਾ ਤਸਲੂਨਿਕੇ 3:5 ਪੜੀ ਨਹੀਂ ਬਾਕੀ ਇਹਦਾ ਹਿੰਟ ਲਿਖਿਆ ਹਿੰਟ ਮਾੜਾ ਬੋਲ ਦਵਾਂ ਇਹਦਾ ਹਿੰਟ ਬੋਲ ਦੇਣਾ ਫਿਰ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ। ਜਬੂਰ 110:3 ਦੇ ਵਿੱਚ ਇਹ ਹਾਲਤ ਜਿਹੜੀ ਆ ਨਵੇਂ ਜਨਮ ਦੇ ਵੇਲੇ ਇਨਸਾਨ ਦੇ ਇਸ ਪ੍ਰਕਾਰ ਦੀ ਹਾਲਤ ਆ ਜਦੋਂ ਨਵਾਂ ਜਨਮ ਹੋ ਰਿਹਾ ਹੈ ਤਾਂ ਹੁਣ ਇਹ ਮਨੁੱਖ ਆਪਣੀ ਮਰਜ਼ੀ ਨਾਲ ਪਰਮੇਸ਼ਰ ਵੱਲ ਮੁੜੇਗਾ। ਨਵੇਂ ਜਨਮ ਵੇਲੇ ਪਰਮੇਸ਼ਰ ਇਸ ਮਨੁੱਖ ਦੇ ਅੰਦਰ ਨਹੀਂ ਆਇਆ ਬਲਕਿ ਇਸ ਦੇ ਉੱਤੇ ਡਿਸ਼ ਐਂਟੀਨਾ ਟਾਈਪ ਲਗਾ ਦਿੱਤਾ ਹੈ ਜਿਸ ਦਾ ਮੂੰਹ ਪਰਮੇਸ਼ਰ ਵੱਲ ਨੂੰ ਹੈ। ਹੁਣ ਤਾਂ ਇਹ ਪਰਮੇਸ਼ਰ ਦਾ ਸਿਗਨਲ ਫੜੇਗਾ ਜ਼ਰੂਰ। ਪਾਪ ਦੇ ਕਾਰਨ ਪ੍ਰਾਣ ਨੇ ਆਤਮਾ ਨੂੰ ਦਬਾ ਕੇ ਰੱਖਿਆ ਹੈ। ਹੁਣ ਜਦੋਂ ਕਿ ਵਚਨ ਦੀ ਤਲਵਾਰ ਚੱਲਦੀ ਹੈ ਤਾਂ ਪ੍ਰਾਣ ਤੋਂ ਆਤਮਾ ਅਲੱਗ ਹੁੰਦਾ ਹੈ। ਹਾਲੇਲੂਇਆ। ਕਦੋਂ ਹੁੰਦਾ ਹੈ? ਜਦੋਂ ਪ੍ਰਾਣ ਤੋਂ ਆਤਮਾ ਦੀ ਤਲਵਾਰ। ਤੇ ਹੁਣ ਪ੍ਰਾਣ ਨੇ ਮੇਰੀ ਆਤਮਾ ਤੇ ਕੀ ਪਾਇਆ? ਪ੍ਰਭਾਵ ਪਾਇਆ ਹੈ ਤੇ ਮੇਰੀ ਆਤਮਾ ਪਰਮੇਸ਼ਰ ਦੀ ਆਤਮਾ ਤੋਂ ਟੁੱਟੀ ਹੋਈ ਹੈ। ਇਸ ਲਈ ਹੁਣ ਜਦੋਂ ਵਚਨ ਦੀ ਤਲਵਾਰ ਚੱਲਦੀ ਆ ਕਿ ਉਹ ਕੀ ਕਰਦੀ ਹੈ? ਦੋਨਾਂ ਨੂੰ ਅੱਡ ਕਰਦੀ ਹੈ ਅਤੇ ਇਸ ਮਨੁੱਖ ਵਿੱਚ ਆਤਮਿਕ ਧੜਕਣ ਸ਼ੁਰੂ ਹੋ ਜਾਂਦੀ ਹੈ ਪਰ ਅਜੇ ਇਸ ਦੇ ਅੰਦਰ ਬੀਜ ਨਹੀਂ ਡਿੱਗਾ ਕੇਵਲ ਜ਼ਮੀਨ ਹੀ ਤਿਆਰ ਹੋ ਰਹੀ ਹੈ। ਨਵੇਂ ਜਨਮ ਵੇਲੇ ਕੀ ਹੋ ਰਿਹਾ ਹੈ? ਜ਼ਮੀਨ ਹੀ ਤਿਆਰ ਹੋ ਰਹੀ ਹੈ। ਦੂਸਰਾ ਤਸਲੂਨਿਕੇ 3:5 ਪੜ੍ਹੀਏ। ਅਤੇ ਪ੍ਰਭੂ ਤੁਹਾਡੇ ਮਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਾਈ ਰੱਖੋ। ਪਰਮੇਸ਼ਰ ਦੇ ਪ੍ਰੇਮ ਤੇ ਮਸੀਹ ਦੇ ਪ੍ਰੇਮ ਤੇ ਪਰਮੇਸ਼ਰ ਦੇ ਸਬਰ ਦੇ ਰਾਹੀਂ ਰਾਹ ਪਾਈ ਰੱਖੀ। ਦੁਬਾਰਾ ਪੜੋ ਅਤੇ ਪ੍ਰਭੂ ਤੁਹਾਡਿਆਂ ਮਨਾਂ ਨੂੰ ਪਰਮੇਸ਼ਵਰ ਦੇ ਪ੍ਰੇਮ ਅਤੇ ਮਸੀਹ ਦੇ ਸਬਰ ਦੇ ਰਾਹ ਪਾਈ ਪਰਮੇਸ਼ਰ ਦੇ ਪ੍ਰੇਮ ਤੇ ਮਸੀਹ ਦੇ ਸਬਰ ਦੇ ਰਾਹ ਪਾਈ ਰੱਖੀ। ਹਾਲੇਲੂਇਆ। ਫੇਰ ਦੁਬਾਰਾ ਅਤੇ ਪ੍ਰਭੂ ਤੁਹਾਡਿਆਂ ਮਨਾਂ ਨੂੰ ਇਹ ਕੌਣ ਭਲਾ? ਪ੍ਰਭੂ ਸਾਡਿਆਂ ਮਨਾਂ ਨੂੰ ਪਰਮੇਸ਼ਰ ਦੇ ਪ੍ਰੇਮ ਔਰ ਮਸੀਹ ਦੇ ਸਬਰ ਦੇ ਰਾਹ ਪਾਈ। ਸੋ ਕੀ ਕਰਨਾ ਆ? ਪ੍ਰਭੂ ਨੇ ਕੀ ਕਰਨਾ ਆ? ਪਰਮੇਸ਼ਰ ਦੇ ਪ੍ਰੇਮ ਨੂੰ ਸਾਡੇ ਵਿੱਚ ਪਾਉਣਾ ਹੈ ਤੇ ਮਸੀਹ ਦਾ ਕੀ ਪਾਉਣਾ ਆ? ਸਬਰ। ਪ੍ਰੇਮ ਕਿਹਦਾ? ਪਰਮੇਸ਼ਰ ਦਾ। ਸਬਰ ਕਿਹਦਾ? ਮਸੀਹ ਦਾ। ਹਾਲੇਲੂਇਆ। ਸੋ ਪਰਮੇਸ਼ਰ ਨੇ ਪ੍ਰੇਮ ਕੀਤਾ ਤੇ ਆਪਣਾ ਇਕਲੌਤਾ ਪੁੱਤਰ ਦੇ ਦਿੱਤਾ। ਪੁੱਤਰ ਨੇ ਕੀ ਦਿਖਾਇਆ? ਸਬਰ ਦਿਖਾਇਆ। ਹਾਲੇਲੂਇਆ। ਉਹਨੇ ਆਪਣਾ ਸਬਰ ਜਿਹੜਾ ਤੋੜਿਆ ਨਹੀਂ ਔਰ ਸਾਡੇ ਲਈ ਉਹਨੇ ਸਭ ਕੁਝ ਕੀ ਕਰ ਲਿਆ? ਸਹਿ। ਹਾਲੇਲੂਇਆ। ਸੋ ਦੇਖ ਲਓ ਪਰਮੇਸ਼ਰ ਇਸ ਮਨੁੱਖ ਦੇ ਮਨ ਦੀ ਅਗਵਾਈ ਕਰਦਾ ਹੈ। ਇਹਦੇ ਦਰਮਿਆਨ ਪਰਮੇਸ਼ਰ ਦੇ ਮਨ ਦੀ ਕੀ ਕਰ ਰਿਹਾ ਭਲਾ? ਅਗਵਾਈ ਕਰ ਰਿਹਾ। ਇਬਰਾਨੀਓ 13 ਦੇ ਆਏ ਉਹਦੀ 21 ਹੈ। ਇਬਰਾਨੀਓ 13 ਦੇ ਆਏ ਉਹਦੀ 21 ਹੈ। ਤੁਹਾਨੂੰ ਹਰੇਕ ਭਲੇ ਕੰਮ ਵਿੱਚ ਸੰਪੂਰਨ ਕਰੇ ਭਈ ਤੁਸੀਂ ਉਹਦੀ ਇੱਛਾ ਨੂੰ ਪੂਰਾ ਕਰੋ ਅਤੇ ਜੋ ਕੁਝ ਉਹਨੂੰ ਭਾਉਂਦਾ ਹੈ ਉਹ ਸਾਡੇ ਵਿੱਚ ਯਿਸੂ ਮਸੀਹ ਦੇ ਰਾਹੀਂ ਕਰੇ ਜਿਹਦੀ ਵਡਿਆਈ ਜੁਗੋ ਜੁਗ ਹੋਵੇ। ਆਮੀਨ। ਸੋ ਦੇਖੋ ਅਣਜਾਣੇ ਵਿੱਚ ਹੁਣ ਇਹ ਮਨੁੱਖ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਲਈ ਤਿਆਰ ਹੋ ਰਿਹਾ ਹੈ। ਅਣਜਾਣੇ ਵਿੱਚ ਹੀ ਹੈ ਨਾ, ਜਿੱਦਾਂ ਅਣਜਾਣਾ ਪ੍ਰੇਮ ਹੁੰਦਾ ਹੈ, ਕਿਸੇ ਵੱਲ ਨੂੰ ਖਿੱਚ ਹੋਈ ਜਾਣਾ ਹੈ ਨਾ, ਇਸੇ ਪ੍ਰਕਾਰ ਇੱਕ ਆਤਮਿਕ ਸਾਡੇ ਨਾਲ
ਘਟਨਾ ਘਟਦੀ ਆ ਕਿ ਜਦੋਂ ਨਵਾਂ ਜਨਮ ਦੇ ਕੰਮ ਚੱਲ ਰਿਹਾ ਹੈ ਤੇ ਉਹਦੇ ਵਿੱਚ ਕਹਿੰਦਾ ਅਣਜਾਣੇ ਵਿੱਚ ਹੁਣ ਇਹ ਮਨੁੱਖ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਲਈ ਤਿਆਰ ਹੋ ਰਿਹਾ। ਕਿਹੜਾ ਮਨੁੱਖ ਵੀ? ਕਿ ਜਿਹਦਾ ਨਵਾਂ ਜਨਮ ਹੋ ਰਿਹਾ ਆ, ਆਪਾਂ ਉਹਦੇ ਨਵੇਂ ਜਨਮ ਦੇ ਵਿੱਚ ਉਹਦੀ ਕਿਹਦਾ ਨਵਾਂ ਜਨਮ ਸਿੱਖਣ ਡਏ ਆ? ਕਿਹਦੇ ਨਵੇਂ ਜਨਮ ਨੂੰ ਸਮਝਣ ਡਏ ਆ? ਆਪਣੇ ਨੂੰ ਸਮਝਣ ਡਏ ਆ। ਇੱਥੇ ਕਿਸੇ ਹੋਰ ਹੀ ਭਾਈ ਦੀ ਨਾ ਕੋਈ ਲਾਈ ਜਾਏ, ਉਹ ਵੀ ਭਾਈ ਉਹਨੂੰ ਇਦਾਂ ਹੁੰਦਾ ਹੈ, ਉਹ ਭਾਈ ਹੈ ਜਿਹਨੂੰ ਇਦਾਂ ਹੁੰਦਾ, ਤੁਹਾਨੂੰ ਹੁੰਦਾ ਹੈ, ਇਹ ਤੁਹਾਨੂੰ ਹੋਣਾ ਚਾਹੀਦਾ ਹੈ, ਤੇ ਜੇ ਨਹੀਂ ਹੁੰਦਾ ਤਾਂ ਫਿਰ ਨਵਾਂ ਜਨਮ ਹੁੰਦਾ ਹੀ ਨਹੀਂ। ਹਾਲੇਲੂਇਆ। ਸੋ ਕੀ ਇਹ ਵਚਨ ਦੱਸਦਾ ਸਾਨੂੰ? ਅਣਜਾਣੇ ਵਿੱਚ ਹੁਣ ਇਹ ਮਨੁੱਖ ਪਰਮੇਸ਼ਰ ਦੀ ਇੱਛਾ ਪੂਰੀ ਕਰਨ ਲਈ ਕੀ ਆ? ਤਿਆਰ ਹੋ ਰਿਹਾ ਆ। ਅਣਜਾਣੇ ਵਿੱਚ ਹੀ, ਜਿੱਦਾਂ ਅਣਜਾਣੇ ਵਿੱਚ ਹੀ ਇਹ ਸ਼ੈਤਾਨ ਦੇ ਲਗਾ ਸੀ ਨਾ, ਉਹ ਜੋ ਕਹੀ ਜਾਂ ਜਿੱਥੇ ਮੱਥੇ ਰਗੜੋ, ਜੋ ਵੀ ਕਰੀ ਜਾਓ, ਉਹ ਕਰੀ ਜਾਂਦਾ ਸੀਗਾ। ਹੁਣ ਜਦੋਂ ਉੱਪਰੋਂ ਪ੍ਰਕਾਸ਼ ਹੋ ਗਿਆ ਤੇ ਅਣਜਾਣੇ ਵਿੱਚ ਹੀ ਕੀ ਹੋ ਰਿਹਾ? ਇਹਦੇ ਅੰਦਰ ਇੱਕ ਤਿਆਰੀ ਚੱਲ ਰਹੀ ਹੈ, ਜਿਹਦੇ ਅੰਦਰ ਨਵੇਂ ਜਨਮ ਦਾ ਕੰਮ ਹੁੰਦਾ। ਜਬੂਰ 42 ਲਿਆਏ, ਉਹਦੀ 1 ਔਰ 2 ਆਏ। ਜਬੂਰ 42 ਉਹਦੀ 1 ਔਰ 2 ਆਏ। ਜਿਵੇਂ ਧਰਤੀ ਪਾਣੀਆਂ ਦੀਆਂ ਨਦੀਆਂ ਦੇ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀ ਇਹ ਪਰਮੇਸ਼ਵਰ ਤੇਰੇ ਲਈ ਤਰਸਦਾ ਹੈ। ਇੱਥੇ ਕਿ ਲਾਈਟ ਹੈਗੀ ਤੁਹਾਡੇ ਕੋਲ? ਸਹੀ ਜਗਾ ਦਿਓ ਇਧਰੋਂ ਲਾਈਟ ਆਈਡੀ ਇੱਥੋਂ ਕੋਈ, ਇੱਥੋਂ ਕੋਲ ਆਈਡੀ ਲਾਈਟ ਚਲਾ, ਇੱਥੋਂ ਜਗ ਜਾਣੀ। ਕੁਝ ਫਰਕ ਪਿਆ? ਠੀਕ ਹੈ, ਪੜੋ। 42 ਦੀ 1 2 ਆਏ। ਜਿਵੇਂ ਹਰਨੀ ਪਾਣੀਆਂ ਦੀਆਂ ਨਦੀਆਂ ਲਈ ਤਰਸਦੀ ਹੈ, ਜਿੱਦਾਂ ਹਰਨੀ ਪਾਣੀਆਂ ਦੀਆਂ ਨਦੀਆਂ ਲਈ ਤਰਸਦੀ ਹੈ, ਤਿਵੇਂ ਹੀ ਮੇਰਾ ਜੀ ਇਹ ਪਰਮੇਸ਼ਵਰ ਤੇਰੇ ਲਈ ਤਰਸਦਾ ਹੈ। ਕੰਡੀਸ਼ਨ ਕੀ ਹੋ ਗਈ ਭਲਾ? ਉਸ ਹਰਨੀ ਵਰਗੀ। ਅੱਜ ਤੋਂ ਕੋਈ 20 ਸਾਲ ਪਹਿਲਾਂ एक गीत लिखा सी, हरनी के जैसी प्यास लगी। हालेलुया। आ बन के बादल कहीं सी, फजलो करम की कर दे तू बारिश, है प्यासी सारी जमीन। हालेलुया। सो इदां दी हालत है हरनी वांगू। हरनी ते उदों की हुंदा है, मूंह अड्डिया हुंदा, जीभ बाहर ਨੂੰ ਹੁੰਦੀ ਤੇ ਭੱਜੀ ਫਿਰਦੀ ਆ, ਕਿਉਂਕਿ ਜਿਹੜੇ ਏਰੀਆ 'ਚ ਉਹ ਰਹਿੰਦੀ ਆ ਪਾਣੀ ਵਿਰਲੀਆਂ ਥਾਵਾਂ ਤੇ ਹੀ ਹੁੰਦਾ ਹੈ। ਹਾਲੇਲੂਇਆ। ਭੱਜੀ ਫਿਰਦੀ ਮਾਰੂ ਤਲਾਂ ਦੇ ਵਿੱਚ, ਭੱਜੀ ਫਿਰਦੀ ਪਾਣੀ ਨੂੰ, ਇੱਕ ਬੂੰਦ ਵੀ ਉਹਨੂੰ ਹੁੰਦਾ ਮੇਜਰੇ ਵਿੱਚ। ਸੋ ਇਸੇ ਤਰੀਕੇ ਨਾਲ ਇਹਦੇ ਵਿੱਚ ਪਿਆਸ ਕਿਹੜੀ ਲੱਗ ਜਾਂਦੀ ਆ? ਪਰਮੇਸ਼ਰ ਦੇ ਲਈ ਪਿਆਸ ਲੱਗ ਜਾਂਦੀ ਆ ਕਿ ਮੈਂ ਉਹਨੂੰ ਜਾਣ ਲਵਾਂ, ਉਹਦੀ ਇੱਛਾ ਨੂੰ ਸਮਝ ਲਵਾਂ। ਹਾਲੇਲੂਇਆ। ਸੋ ਆਓ ਇਹਦਾ ਵੀ ਲਿਖ ਲਓ। ਪਰਮੇਸ਼ਰ ਮਨੁੱਖ ਦੀ ਭਾਵਨਾ ਵਿੱਚ ਬਦਲਾਵ ਲਿਆਉਂਦਾ ਹੈ। ਹੁਣ ਅਟੈਕ ਕਿੱਥੇ ਹੋਇਆ? ਇਮੋਸ਼ਨਸ ਤੇ। ਕਿੱਥੇ ਭਲਾ? ਇਮੋਸ਼ਨ, ਯਾਨੀ ਕਿ ਭਾਵਨਾ। ਇਹਦੇ ਬਾਰੇ ਕਹਾਂ ਜਾ ਕੇ ਆਪਾਂ ਖੋਲ ਕੇ ਦੇਖਾਂਗੇ ਭਾਵਨਾ ਨੂੰ। ਹੁਣ ਇਹਦੀ ਭਾਵਨਾ ਜਿਹੜੀ ਪਹਿਲਾਂ ਸੀਗੀ, ਭਾਵਨਾ ਖੁਦੀ ਵਿੱਚ ਮਿਕਸ ਹੋਈ ਸੀ। ਭਾਵਨਾ ਚ ਕੀ ਮਿਕਸ ਹੋਈ ਸੀ? ਖੁਦੀ। ਭਾਵਨਾ ਵਿਗੜ ਗਈ ਹੋਈ ਸੀ। ਹੁਣ ਭਾਵਨਾ ਵਿੱਚ ਵੀ ਕੀ ਆ ਰਹੀ ਆ? ਤਬਦੀਲੀ। ਸੋਚ ਵਿੱਚ ਵੀ ਕੀ ਆ ਰਹੀ ਆ? ਤਬਦੀਲੀ। ਨਵੇਂ ਜਨਮ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਆ। ਹਾਲੇਲੂਇਆ, ਹਾਲੇਲੂਇਆ। ਸੋ ਪਰਮੇਸ਼ਰ ਮਨੁੱਖ ਦੀ ਭਾਵਨਾ ਵਿੱਚ ਬਦਲਾਵ ਲਿਆਉਂਦਾ ਹੈ, ਜਿਸ ਦੇ ਕਾਰਨ ਇਹ ਪਰਮੇਸ਼ਰ ਦੇ ਲਈ ਤਰਸਦਾ ਹੈ। ਹਾਲਤ ਇਦਾਂ ਦੀ ਹੋ ਜਾਂਦੀ। ਜਿਹਨਾਂ ਦਿਨਾਂ ਵਿੱਚ ਅਸੀਂ ਇਦਾਂ ਹੋਇਆ ਤੇ ਅਸੀਂ ਰਾਤਾਂ ਨੂੰ ਬਰਸਾਤਾਂ ਵਿੱਚ ਵੀ, ਠੰਡਾਂ ਦੇ ਵਿੱਚ ਵੀ, ਠੰਡ ਵਾਲੀ ਬਰਸਾਤ ਵਿੱਚ ਵੀ ਨਿਕਲ ਜਾਂਦੇ ਨੇ ਬੰਦੀਆਂ 'ਚ ਸਾਈਕਲਾਂ ਤੇ। ਹਾਲੇਲੂਇਆ। ਧੋਗੜੀ, ਜਮਸ਼ੀਰ, ਆਦਮਪੁਰ, ਦਿਆਲਪੁਰ ਸਾਈਕਲਾਂ ਤੇ। ਸਾਈਕਲ ਹੁੰਦੇ ਸੀ ਸਾਡੇ ਕੋਲ, ਉਹ ਵੀ ਟੁੱਟੇ ਜਿਹੇ ਸਾਈਕਲ ਹੁੰਦੇ ਸੀ, ਚੈਨ ਬਾਰ-ਬਾਰ ਲੱਗ ਜਾਂਦੀ ਹੁੰਦੀ ਸੀ। ਹਾਲੇਲੂਇਆ। ਪਰ ਇਧਰਲੀ ਚੈਨ ਪੂਰੀ ਟਾਈਟ ਸੀਗੀ, ਗਰੀਸ ਪੂਰੀ ਹੋਈ ਸੀ। ਹਾਲੇਲੂਇਆ। ਦਿਨ ਹੋਵੇ ਰਾਤ ਹੋਵੇ, ਬਸ ਜਿੱਥੇ ਲੱਗਣਾ ਵੀ ਕੋਈ ਦਾਸ ਆਇਆ ਆ ਰੱਬ ਦਾ ਵਚਨ ਲੈ ਕੇ, ਅਸੀਂ ਉਧਰ ਨੂੰ ਕਿਉਂ ਨਾ ਭੱਜ ਜਾਣਾ। ਟਕਾਈ ਹੁੰਦੀ ਸਾਡੇ ਕੰਮ 'ਚ। ਜਿੰਨੇ ਵੀ ਆਪਾਂ ਕੰਮ ਕਰਦੇ ਆ ਨਾ, ਕੰਮਾਂ ਦੇ ਵਿੱਚ ਸਭ ਤੋਂ ਜਿਹੜਾ
ਥਕਾਉਣ ਵਾਲਾ ਕੰਮ ਹੈ ਰਾਜ ਮਿਸਤਰੀਆਂ ਦਾ ਹੀ ਆ, ਸਭ ਤੋਂ ਜ਼ਿਆਦਾ ਥਕਾਉਣ ਵਾਲਾ ਕੰਮ। ਔਰ ਇਹ ਕੰਮ ਅਸੀਂ ਕਰਕੇ ਦਿਹਾੜੀ ਲਾ ਕੇ ਤੇ ਸ਼ਾਮ ਨੂੰ ਆ ਕੇ ਨਹਾ ਧੋ ਕੇ ਬਸ ਨਿਕਲਣਾ ਹੁੰਦਾ ਹੈ ਕਿਤੇ ਨਾ ਕਿਤੇ, ਪਤਾ ਲਾਉਣਾ ਕਿ ਕਿੱਥੇ ਬੰਦਗੀ, ਜੇ ਨਹੀਂ ਬੰਦਗੀ ਤੇ ਅਸੀਂ ਆਪ ਬੰਦਗੀ ਕਰਨ ਚੱਲ ਜੀ ਰਹੇ, ਕਦੀ ਸਿੱਖਣ ਚੱਲ ਜੀ ਰਹੇ, ਕਦੀ ਸਿਖਾਉਣ ਚੱਲ ਜੀ ਰਹੇ। ਹਾਲੇਲੂਇਆ। ਕਿਉਂਕਿ ਪਿਆਸ ਕਿਹੜੀ ਲੱਗੀ ਹੋਈ ਸੀਗੀ? ਹਰਨੀ ਹਾਲੇਲੂਇਆ। ਸੋ ਭੱਜੇ ਫਿਰਨਾ। ਇੱਕ ਵਾਰੀ ਅਸੀਂ ਸਥਾਨ ਦੇ ਵੇਲੇ ਦੇ ਪਾਸਟਰ ਰਾਜਨ ਦੋਹਰੋ ਜੀ ਤੋਂ ਸਾਡੇ ਸਾਰੇ ਸ਼ੁਰੂ ਤੋਂ ਜਿਹਨਾਂ ਨੂੰ ਸਾਨੂੰ ਲੈ ਕੇ ਚੱਲੇ ਤੇ ਉਹ ਆਏ ਹੋਏ ਸੀਗੇ ਤੇ ਅਸੀਂ ਧੋਗੜੀ ਲੈ ਕੇ ਜਾਣਾ ਸੀ ਬਸ ਇਕਬਾਲ ਜੀ ਉਹਨਾਂ ਦੇ ਸਸੁਰਾਲ, ਉਹਨਾਂ ਦੇ ਕੋਲ ਪ੍ਰਭੂ ਦਾ ਵਚਨ ਲੈ ਕੇ ਜਾਣਾ ਸੀ ਤੇ ਰਾਤ ਨੂੰ 8 ਵਜੇ ਤੁਰੇ ਤੇ ਨਾਲ ਹੀ ਮੀਂਹ ਸ਼ੁਰੂ ਹੋ ਗਿਆ, ਠੰਡ ਪੂਰੀ ਸਰਦੀਆਂ ਵਾਲੀ, ਉਤੋਂ ਮੀਂਹ ਤੇ ਅਸੀਂ ਵਿੱਚੇ ਭੇਜਦੇ ਹੀ ਉੱਥੇ ਗਏ। ਹਾਲੇਲੂਇਆ। ਸਾਨੂੰ ਮੀਂਹ ਮੂੰਹ ਦਾ ਕੋਈ ਨਹੀਂ ਇਦਾਂ ਦਾ ਮੀਂਹ ਪਿਆ ਗਿਆ ਜਾਂ ਕੁਛ ਹੋ ਗਿਆ। ਹਾਲੇਲੂਇਆ। ਉੱਥੇ ਗਏ ਅਸੀਂ ਤਾਂ ਨਿਚਰਦਿਆਂ ਆਰਾਧਨਾ ਕੀਤੀ, ਆਰਾਧਨਾ ਇੰਨੀ ਆਰਾਧਨਾ ਹੋਈ, ਆਰਾਧਨਾ ਦੇ ਸੇਕ ਦੇ ਨਾਲ ਕੱਪੜੇ ਸੁੱਕ ਗਏ। ਹਾਲੇਲੂਇਆ ਹਾਲੇਲੂਇਆ। ਇਹ ਹੈਗੀ ਕੰਡੀਸ਼ਨ ਆ ਕਿ ਬਈ ਆਪਣੇ ਨਾਲ ਤੇ ਵਾਪਰਿਆ ਹੋਇਆ। ਹਾਂ, ਹੁਣ ਤੁਸੀਂ ਆਪਣਾ ਚੈੱਕ ਕਰ ਲਓ ਵੀ ਇਹ ਹੋਇਆ ਆ ਕਿ ਨਹੀਂ। ਆਪਾਂ ਭਾਲਦੇ ਉਹਨਾਂ ਦੇ ਵਿੱਚ ਸਹੂਲਤਾਂ, ਤੇ ਜਿਹਦੇ ਅੰਦਰ ਨਵਾਂ ਜਨਮ ਦਾ ਪ੍ਰੋਗਰਾਮ ਸ਼ੁਰੂ ਹੁੰਦਾ ਉਹ ਸਹੂਲਤ ਸਾਥ ਦੇਖਦਾ ਨਹੀਂ। ਉਹ ਤਾਂ ਕਿਸੇ ਵੀ ਕੀਮਤ ਤੇ ਮੇਰੇ ਸ੍ਰਿਸ਼ਟੀਕਰਤਾ ਦੀ ਮੈਨੂੰ ਕਿਉਂ ਨਹੀਂ ਆ ਪਹਿਚਾਣ ਹੋਣੀ ਆ ਭਾਈ। ਹਾਲੇਲੂਇਆ। ਚਾਹੇ ਅੱਗ ਵਿੱਚੋਂ ਗੁਜ਼ਰਨਾ ਪਵੇ, ਚਾਹੇ ਪਾਣੀਆਂ ਦੇ ਵਿੱਚੋਂ ਗੁਜ਼ਰਨਾ ਪਵੇ, ਕੁਛ ਵੀ, ਕੋਈ ਮੌਸਮ ਰੋਕ ਸਕਦੇ, ਕੋਈ ਸਰਕਾਰਾਂ ਰੋਕ ਸਕਦੀਆਂ ਨਹੀਂ, ਕਿਉਂਕਿ ਇਹ ਕੰਮ ਕਿੱਥੋਂ ਚੱਲ ਰਿਹਾ ਆ? ਸਵਰਗ ਤੋਂ ਕੰਮ ਚੱਲ ਰਿਹਾ, ਸਵਰਗੀ ਸਰਕਾਰ ਦਾ। ਹਾਲੇਲੂਇਆ। ਇਹ ਦੁਨੀਆ ਦੀ ਕੋਈ ਸਰਕਾਰ ਇਸ ਕੰਮ ਨੂੰ ਰੋਕ ਨਹੀਂ ਸਕਦੀ। ਹਾਲੇਲੂਇਆ। ਇਹ ਹਾਲਤ ਤਾਂ ਇਦਾਂ ਦੀ ਆ, ਸਮਝ ਲਓ ਜਿੱਦਾਂ ਇੱਕ ਬੀਜ ਜ਼ਮੀਨ 'ਚ ਗਿਆ ਤੇ ਥੋੜੇ ਦਿਨਾਂ ਬਾਅਦ ਉਹਦੀ ਕੁੰਭਲ ਦੀ ਬਾਹਰ ਨੂੰ ਆਈ ਤੇ ਜਦੋਂ ਧਿਆਨ ਨਾਲ ਆਪਾਂ ਦੇਖਦੇ ਆਸੇ-ਪਾਸੇ ਜ਼ਮੀਨ 'ਚ ਤਰੇੜਾਂ ਪਈਆਂ ਹੁੰਦੀਆਂ, ਉਹ ਕੁੰਭਲ ਹੁੰਦੀ ਨਾਜ਼ੁਕ ਜਿਹੀ ਆ ਪਰ ਜ਼ਮੀਨ ਨੂੰ ਪਾੜ ਦਿੰਦੀ ਆ। ਹਾਲੇਲੂਇਆ। ਇਦਾਂ ਦਾ ਕੰਮ ਹੁੰਦਾ ਹੈ। ਹਾਲੇਲੂਇਆ। ਯਾਨੀ ਕਿ ਸਾਰੇ ਪਾਸੇ ਕਿਉਂ ਇਹਦਾ ਹੀ ਪ੍ਰਭਾਵ ਹੋਣਾ ਆ, ਇਹਦੇ ਤੇ ਕਿਸੇ ਦਾ ਪ੍ਰਭਾਵ ਹੋਣਾ ਨਹੀਂ। ਜੇ ਇਦਾਂ ਹੋਇਆ ਆ ਤੁਸੀਂ ਭਾਗਾਂ ਵਾਲੇ ਆ, ਤੇ ਜੇ ਇਦਾਂ ਦਾ ਨਹੀਂ ਹੋਇਆ ਤੁਹਾਡੇ ਕੋਲ ਮੌਕਾ ਆ, ਉਹ ਇਸ ਅਨੁਭਵ ਦੇ ਵਿੱਚ ਆ ਜਾਓ ਤਾਂ ਕਿ ਪਤਾ ਲੱਗ ਜਾਏ ਕਿ ਮੇਰਾ ਨਵਾਂ ਜਨਮ ਹੋ ਗਿਆ। ਹਾਲੇਲੂਇਆ। ਔਰ ਇਹ ਵਿਸ਼ਾ ਜਿਹੜਾ ਹੈ ਇਹਨਾਂ ਦਿਨਾਂ ਵਿੱਚ ਮੈਂ ਫੇਸਬੁੱਕ ਤੇ ਪਾ ਰਿਹਾ ਆ, ਹੁਣ ਪਾ ਰਿਹਾ। ਇਹ ਵਿਸ਼ਾ ਪਾਇਆ ਨਹੀਂ ਅਸੀਂ, ਸਨ 12 ਤੋਂ ਸਾਨੂੰ ਇਸ ਵਿਸ਼ੇ ਦੇ ਬਾਰੇ ਜਾਣਕਾਰੀ ਹੋਈ, ਸਮਝਿਆ, ਸਿੱਖਿਆ, ਹੁਣ ਪਾਇਆ ਆ। ਹਾਲੇਲੂਇਆ। ਔਰ ਇਹ ਵਿਸ਼ਾ ਜਿਹੜਾ ਇਹਦੇ ਤੋਂ ਪਾਸਟਰ ਲੋਕ ਵੀ ਅਣਜਾਣ ਆ। 90% ਪਾਸਟਰ ਲੋਕ ਵੀ ਕੀ ਹੈ ਤਾਂ ਭਲਾ ਇਸ ਵਿਸ਼ੇ ਤੋਂ ਅਣਜਾਣ ਹੀ ਆ। ਹਾਲੇਲੂਇਆ। ਵਿਸ਼ਵਾਸੀਆਂ ਦੀ ਤਾਂ ਗੱਲ ਹੀ ਛੱਡੋ। ਸੋ ਇਹ ਵਿਸ਼ਾ ਜਿਹੜਾ ਹੈ ਨਾ, ਸ਼ੈਤਾਨ ਨੇ ਸਿੱਖਣ ਲਈ ਫੇਸਬੁੱਕ ਦਾ ਨਹੀਂ ਪ੍ਰੋਗਰਾਮ ਖੋਲਣ ਦੇਣਾ, ਬਾਕੀ ਸਾਰੇ ਵਿਊ ਆਈ ਜਾਣਗੇ ਹਰ ਪਾਸੇ। ਇਹਦੇ 'ਚ ਵਿਊ ਬਣ ਦਊਗਾ, ਇਹਦੇ 'ਚ ਉਹਦਾ ਵਿਊ ਬਣਨਾ ਆ ਜਿਹਦੇ ਅੰਦਰੋਂ ਅੰਦਰ ਕੀ ਆ, ਕਿਤੇ ਰੱਬ ਨੂੰ ਜਾਣਨ ਦੀ ਭੁੱਖ ਹੈ। ਹਾਲੇਲੂਇਆ ਹਾਲੇਲੂਇਆ। ਆ ਜਾ। ਪਰਮੇਸ਼ਰ ਮਨੁੱਖ ਦੀ ਭਾਵਨਾ ਵਿੱਚ ਬਦਲਾਵ ਲਿਆਉਂਦਾ ਹੈ, ਜਿਸ ਦੇ ਕਾਰਨ ਇਹ ਪਰਮੇਸ਼ਰ ਦੇ ਲਈ ਤਰਸਦਾ ਹੈ, ਮਤਲਬ ਪਿਆਸਾ ਹੈ। ਮਤਲਬ ਦੇਖ ਲਓ, ਮਤਲਬ ਪਿਆਸਾ ਹੈ। ਮਤਲਬ ਫਿਰ ਮਤਲਬ ਪਰਮੇਸ਼ਰ ਦੇ ਵਚਨ ਲਈ ਇਸ ਦੇ ਅੰਦਰ ਭੁੱਖ ਪੈਦਾ ਹੋ ਰਹੀ ਹੈ। ਜਦ ਭੁੱਖ ਲੱਗਦੀ ਨਾ, ਹੁਣ ਜਦੋਂ ਅਸੀਂ ਰੋਜ਼ਾ ਰੱਖਦੇ ਤੇ ਮੈਂ ਤਾਂ ਸ਼ੂਗਰ ਦਾ ਪਹਿਲਾਂ ਹੀ ਮਰੀਜ਼ ਹਾਂ ਕਿ ਮੇਰੇ ਤੋਂ ਤਾਂ ਬੋਝ ਹੀ ਵੈਸੇ ਸੰਭਾਲ ਨਹੀਂ ਹੁੰਦੀ ਸਵੇਰੇ ਇਹ ਹੁਣ ਰੋਜ਼ਾ ਰੱਖਣਾ ਹੈ ਤਾਂ ਕੀ ਹਾਲ ਹੁੰਦਾ ਹੈ, ਤੇ ਮੈਂ ਜ਼ਿਆਦਾ ਭੁੱਖ ਦੇ ਬਾਰੇ ਜਾਣਦਾ। ਹਾਲੇਲੂਇਆ ਹਾਲੇਲੂਇਆ। ਸੋ ਜਦੋਂ ਭੁੱਖ ਲੱਗਦੀ ਤੇ ਕਿੱਦਾਂ ਵੀ ਹੁੰਦਾ, ਮੈਂ ਕੁਝ ਖਾ ਜਾਵਾਂ, ਮੈਨੂੰ ਕੁਝ ਮਿਲ ਜਵੇ, ਮੈਂ ਕੁਝ ਖਾ ਲਵਾਂ। ਹਾਲੇਲੂਇਆ ਹਾਲੇਲੂਇਆ। ਆ ਜਾ, ਭੁੱਖ ਪੈਦਾ ਹੋ ਜਾਂਦੀ ਨਾ। ਹੁਣ ਇਸ ਦੇ ਪਿੱਛੇ ਵਚਨ ਲੈ ਕੇ ਭੱਜਣਾ ਨਹੀਂ ਪਵੇਗਾ। ਜਿਹੜੇ ਇਨਸਾਨ 'ਚ ਨਵੇਂ ਜਨਮ ਦਾ ਕੰਮ ਹੋਇਆ ਨਾ, ਚੱਲ ਰਿਹਾ, ਇਹਦੇ ਪਿੱਛੇ ਵਚਨ ਲੈ ਕੇ ਭੱਜਣ ਦੀ ਲੋੜ, ਜਾਂ ਇਹਦੇ ਘਰ ਜਾ ਕੇ ਵਚਨ ਸੁਣਾਉਣ ਦੀ ਲੋੜ ਨਹੀਂ। ਕੰਡੀਸ਼ਨ ਸਮਝ ਲਓ ਫਿਰ ਚੰਗੀ ਤਰ੍ਹਾਂ।
ਇਹਦੇ ਪਿੱਛੇ ਵਚਨ ਲੈ ਕੇ ਭੱਜਣ ਦੀ ਲੋੜ ਨਹੀਂ, ਬਲਕਿ ਇਹ ਆਪੇ ਦਾਸ ਦੇ ਪਿੱਛੇ ਪਿੱਛੇ ਆਵੇਗਾ। ਪਛਾਣ ਆਇਆ, ਇਹਦੇ ਅੰਦਰ ਇਹ ਕੰਮ ਹੋ ਗਿਆ। ਦਾਸ ਦੇ ਪਿੱਛੇ ਪਿੱਛੇ ਕੀ ਹੋਗਾ? ਆਪੇ ਹੀ ਆਊਗਾ। ਸਮਝ ਲਓ ਜਿਹਦੇ ਪਿੱਛੇ ਦਾਸ ਜਾ ਰਿਹਾ ਆ ਕਿ ਉਹਦਾ ਵਿਚਾਰੇ ਦਾ ਹਾਲ ਜਿਹੜਾ ਨਾ ਮਾੜਾ ਹੀ। ਹਾਲੇਲੂਇਆ। ਦਾਸ ਦੇ ਪਿੱਛੇ ਪਿੱਛੇ ਆਵੇਗਾ, ਅਰਥਾਤ ਵਚਨ ਨੂੰ ਬੜੀ ਭੁੱਖ ਦੇ ਨਾਲ ਪੜੇਗਾ ਤੇ ਸੁਣੇਗਾ। ਕੀ ਕਰੂਗਾ? ਇਹ ਵਚਨ ਨੂੰ ਬੜੀ ਭੁੱਖ ਦੇ ਨਾਲ ਪੜੇਗਾ ਔਰ ਕੀ ਕਰੇਗਾ? ਸੁਣੇਗਾ। ਬਹੁਤ ਪਿਆਸ ਭੁੱਖ ਦੇ ਨਾਲ। ਕਿਉਂਕਿ ਜਦੋਂ ਆਪਾਂ ਵਚਨ ਪੜ੍ਹਦੇ ਹਾਂ, ਇੱਕ ਹੁੰਦਾ ਫਾਰਮੈਲਿਟੀ, ਇੱਕ ਹੁੰਦਾ ਰੋਜ਼ ਦਾ ਰੁਟੀਨ ਪੂਰੀ ਕਰਨੀ, ਇੱਕ ਹੁੰਦਾ ਮੈਂ ਇਹਦੇ 'ਚ ਜਿਹੜਾ ਵਚਨ ਹੈ ਨਾ ਮੇਰੇ ਨਾਲ ਖੁਦਾ ਗੱਲ ਕਰ ਰਿਹਾ ਹੈ, ਚਾਹੇ ਕਿਸੇ ਵੀ ਆਇਤ ਨੂੰ ਪੜ੍ਹਾਂ, ਇਹ ਮੈਂ ਸਮਝਣ ਦੀ ਕੋਸ਼ਿਸ਼ ਕਰਨੀ ਹੈ, ਮਨਨ ਇਹਦੇ ਤੇ ਕਰਨਾ ਹੈ। ਹਾਲੇਲੂਇਆ। ਕਿਉਂਕਿ ਜਿਹੜਾ ਵਚਨ ਪ੍ਰਭੂ ਮੇਰੇ ਅੱਗੇ ਲੈ ਕੇ ਆ ਰਿਹਾ ਹੈ ਉਹਦੇ 'ਚ ਮੇਰੇ ਲਈ ਕੋਈ ਗੱਲ ਆ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਰਾਜੇ ਤਿਆਰ ਕਰਨ ਵਾਲਾ ਕੀ ਆ? ਸ਼ਾਸਤਰ ਆ। ਰਾਜਿਆਂ ਨੂੰ ਤਿਆਰ ਕਰਨ ਵਾਲਾ, ਤੇ ਮੈਂ ਕੌਣ ਆ? ਰਾਜਾ ਦਾ। ਤੇ ਰਾਜਿਆਂ ਦੇ ਰਾਜੇ ਨੇ ਮੈਨੂੰ ਇਹ ਦਿੱਤਾ ਹੈ ਸ਼ਾਸਤਰ ਕਿ ਮੇਰੀ ਤਿਆਰੀ ਕਿੱਦਾਂ ਦੀ ਹੋ ਜੇ? ਰਾਜੇ ਵਾਲੀ ਤਿਆਰੀ ਤੇ ਹੀ। ਹਾਂ, ਨਵੇਂ ਜਨਮ ਦੀ ਪਹਿਲੀ ਕੰਡੀਸ਼ਨ ਤੇ ਜਦ ਕਿਹਾ ਕਿ ਨਵੇਂ ਸਿਰੋਂ ਪੈਦਾ ਨਾ ਹੋਵੇ ਪਰਮੇਸ਼ਰ ਦੇ ਰਾਜ ਨੂੰ ਦੇਖ ਨਹੀਂ ਸਕਦਾ। ਇਸ ਹਿੱਸੇ ਨੂੰ ਜੇ ਆਪਾਂ ਦੇਖ ਰਹੇ ਹਾਂ, ਇਸ ਹਿੱਸੇ ਦੀ ਪਹਿਲੀ ਕੰਡੀਸ਼ਨ ਨਵਾਂ ਜਨਮ। ਇਹਦੇ ਨਾਲ ਹੀ ਅਗਲੀ ਕੰਡੀਸ਼ਨ ਹੈ ਨਵੇਂ ਜਨਮ ਦੀ, ਹੋਏਗਾ ਪਰਿਵਰਤਨ। ਫਿਰ ਅਗਲੀ ਕੰਡੀਸ਼ਨ ਹੈ ਧਰਮੀ ਠਹਿਰਾਏ ਜਾਣਾ। ਉਹਨੂੰ ਕਹਿੰਦੇ ਆ ਨਵੇਂ ਸਿਰੇ ਤੋਂ ਪੈਦਾ ਹੋਣਾ। ਇਹ ਤਿੰਨੇ ਚੀਜ਼ਾਂ ਪੂਰੀਆਂ ਹੋ ਕੇ ਬਣਦਾ ਆ ਨਵੇਂ ਸਿਰੇ ਤੋਂ ਪੈਦਾ ਹੋਣਾ। ਆਪਾਂ ਪਹਿਲੇ ਜੇ ਹਿੱਸੇ ਨੂੰ ਦੇਖ ਰਹੇ ਹਾਂ, 3 ਪੋਰਸ਼ਨ ਹੈ। ਕਿੰਨੇ ਆ? 3। ਨਵੇਂ ਸਿਰੇ ਜਨਮ ਦੇ ਕਿੰਨੇ ਪੋਰਸ਼ਨ ਆ? 3। ਪਹਿਲਾ ਪੋਰਸ਼ਨ ਕੀ ਆ? ਨਵਾਂ ਜਨਮ। ਦੂਸਰਾ ਕੀ ਆ? ਪਰਿਵਰਤਨ। ਤੀਸਰਾ ਕੀ ਆ? ਧਰਮੀ ਠਹਿਰਾਏ ਜਾਣਾ। ਇਹਦਾ ਮਤਲਬ ਬਪਤਿਸਮੇ ਤੋਂ ਪਹਿਲਾਂ ਹੀ ਇੱਕ ਆਦਮੀ ਨੂੰ ਕੀ ਕੀਤਾ ਜਾਂਦਾ ਆ? ਧਰਮੀ ਠਹਿਰਾ ਦਿੱਤਾ ਜਾਂਦਾ ਆ। ਹਾਲੇਲੂਇਆ। ਜੇ ਬਪਤਿਸਮੇ ਤੋਂ ਬਗੈਰ ਵੀ ਇਹ ਬੰਦਾ ਮਰ ਜੇ, ਨੂੰ ਅਚਾਨਕ ਬਪਤਿਸਮਾ ਲੈਣ ਦਾ ਮੌਕਾ ਨਾ ਮਿਲੇ, ਮਰ ਜਾਏ, ਤੇ ਕਮ ਸੇ ਕਮ ਨਰਕ ਵਿੱਚ ਜਾ ਸਕਦਾ ਨਹੀਂ, ਪਰਮੇਸ਼ਰ ਦੇ ਰਾਜ ਨੂੰ ਕੀ ਕਰ ਸਕਦਾ ਆ? ਦੇਖ ਸਕਦਾ ਕਮ ਸੇ ਕਮ। ਹਾਲੇਲੂਇਆ। ਹਾਲੇਲੂਇਆ। ਆ ਜਾ ਪਹਿਲਾ ਪੱਤਰ ਪਹਿਲਾ ਅਧਿਆਇ ਉਹਦੀ 8 ਆਏ। ਜਿਹਦੇ ਨਾਲ ਬਿਨ ਵੇਖੇ ਤੁਸੀਂ ਪ੍ਰੇਮ ਰੱਖਦੇ ਹੋ ਅਤੇ ਭਾਵੇਂ ਹੁਣ ਉਹਨੂੰ ਨਹੀਂ ਵੇਖਦੇ ਤਾਂ ਵੀ ਉਸ ਉੱਤੇ ਨਿਰਜਾ ਕਰਕੇ ਐਡਾ ਆਨੰਦ ਕਰਦੇ ਹੈ ਜੋ ਵਰਣਨ ਤੋਂ ਬਾਹਰ ਅਤੇ ਤੇਜ ਨਾਲ ਭਰਪੂਰ ਹੈ। ਬਿਨ ਦੇਖੇ ਉਹਦੇ ਨਾਲ ਕੀ ਕਰ ਰਹੇ ਆ? ਪਿਆਰ ਕਰ ਰਹੇ, ਆਨੰਦ ਦੇ ਨਾਲ ਭਰੇ ਪਏ। ਹਾਲੇਲੂਇਆ। ਇੱਕ ਫੋਨ ਮੈਨੂੰ ਦੇ ਦਿਓ, ਮੈਨੂੰ ਟਾਈਮ ਦਾ ਨਹੀਂ ਪਤਾ ਲੱਗਣਾ, ਤੇ ਉਹ ਲੱਗਾ ਨਹੀਂ ਹੋਇਆ ਟਾਈਮ, ਤਾਂ ਕਿ ਤੁਹਾਨੂੰ ਛੱਡਣਾ ਵੀ ਟਾਈਮ ਦੇ ਨਾਲ ਆ। ਦੁੱਧ ਜਿੰਨਾ ਕਿ ਤੁਸੀਂ ਹਜਮ ਕਰ ਰਹੇ ਹੋ। ਲਿਖੋ, ਹੁਣ ਇਹ ਪਰਮੇਸ਼ਰ ਨੂੰ ਬਿਨਾਂ ਦੇਖੇ ਹੀ ਪ੍ਰੇਮ ਕਰਨ ਅਤੇ ਉਸ ਉੱਤੇ ਵਿਸ਼ਵਾਸ ਕਰਨ ਲੱਗਾ ਹੈ। ਕੀ ਕਰਨ ਲੱਗਾ ਵੀ? ਪਰਮੇਸ਼ਰ ਨੂੰ ਬਿਨਾਂ ਦੇਖੇ ਕੀ ਕਰ ਰਿਹਾ ਹੈ? ਪ੍ਰੇਮ ਕਰਨ ਅਤੇ ਉਸ ਉੱਤੇ ਵਿਸ਼ਵਾਸ ਕਰਨ ਲੱਗਾ। ਜਦੋਂ ਰੋਸ਼ਨੀ ਚਮਕ ਗਈ, ਰੋਸ਼ਨੀ ਚਮਕ ਗਈ, ਪਹਿਲੀ ਸਥਿਤੀ ਆ ਨਵੇਂ ਜਨਮ। ਇਹ ਤਾਂ ਪਰਮੇਸ਼ਰ ਦਾ ਦੁਸ਼ਮਣ ਸੀ। ਲਿਖ ਲਓ, ਇਹ ਕੁਝ ਗੱਲਾਂ ਲਿਖਣੀਆਂ ਜ਼ਰੂਰੀ ਆ ਤਾਂ ਕਿ ਤੁਸੀਂ ਬਾਅਦ ਚ ਪੜ੍ਹ ਕੇ ਇਹਨੂੰ ਰੱਟੇ ਮਾਰੋ ਚੰਗੀ ਤਰ੍ਹਾਂ, ਦੂਸਰਿਆਂ ਨੂੰ ਵੀ ਦੱਸੋ। ਇਹ ਤਾਂ ਪਰਮੇਸ਼ਰ ਦਾ ਦੁਸ਼ਮਣ ਸੀ। ਫਿਰ ਕਿਸ ਤਰ੍ਹਾਂ ਇਹ ਪਰਮੇਸ਼ਰ ਨਾਲ ਪ੍ਰੇਮ ਕਰਨ ਲੱਗ ਪਿਆ? ਇਹ ਤਾਂ ਪਰਮੇਸ਼ਰ ਦਾ ਦੁਸ਼ਮਣ ਸੀ, ਫਿਰ ਕਿਸ ਤਰ੍ਹਾਂ ਪਰਮੇਸ਼ਰ ਨਾਲ ਪ੍ਰੇਮ ਕਰਨ ਲੱਗ ਪਿਆ? ਹੁਣ ਤੱਕ ਵਚਨ ਦਾ ਬੀਜ ਅੰਦਰ ਨਹੀਂ ਆਇਆ, ਕੇਵਲ ਪਵਿੱਤਰ ਆਤਮਾ ਦੇ ਮੰਡਰਾਉਣ ਕਾਰਨ ਇਹ ਸਭ ਕੁਝ ਹੋ ਰਿਹਾ ਹੈ। थोड़ी स्पीड तेज करके लिख लो, कल मैं ये पैरा पूरा पढ़ के तुम थोड़ा और समझा दूंगा। लिख लो तुम की हो गया जी। ਹੁਣ ਤੱਕ ਵਚਨ ਦਾ ਬੀਜ ਅੰਦਰ ਨਹੀਂ ਆਇਆ, ਕੇਵਲ ਪਵਿੱਤਰ ਆਤਮਾ ਦੇ ਮੰਡਰਾਉਣ ਕਾਰਨ ਇਹ ਸਭ ਕੁਝ ਹੋ ਰਿਹਾ ਹੈ। ਪਰਮੇਸ਼ਰ ਮੁਕਤੀ ਦੀ ਬੁਨਿਆਦ ਦਾ ਕੰਮ ਇੰਨਾ ਠੋਸ ਤਰੀਕੇ ਨਾਲ ਕਰ ਰਿਹਾ ਹੈ। ਮੁਕਤੀ ਦੀ ਜਿਹੜੀ ਬੁਨਿਆਦ ਆ, ਸਾਡੀ ਮੁਕਤੀ ਦੀ ਜਿਹੜੀ ਬੁਨਿਆਦ ਆ, ਉਹਦਾ ਕੰਮ ਇੰਨੇ ਠੋਸ ਤਰੀਕੇ ਨਾਲ ਕਰ ਰਿਹਾ ਹੈ
कि वचन का बीज आए बिना ही कि वचन का बीज आए बिना ही ये मनुख परमेश्वर नाल प्रेम कर रहा है। वचन का बीज आए बिना ही ये मनुख परमेश्वर नाल की कर रहा है? प्रेम कर रहा है। ਅਸੀਂ ਬੁੜਬੁੜਾਉਂਦੇ ਹਾਂ, ਅਸੀਂ ਬੁੜਬੁੜਾਉਂਦੇ ਕਿਉਂ ਹਾਂ? ਅਸੀਂ ਬੁੜਬੁੜਾਉਂਦੇ ਕਿਉਂ ਹਾਂ? ਕਿਉਂਕਿ ਉਸ ਦਾ ਅਜੇ ਨਵਾਂ ਜਨਮ ਨਹੀਂ ਹੋਇਆ। ਅਸੀਂ ਬੁੜਬੁੜਾਉਂਦੇ ਕਿਉਂ ਹਾਂ? ਕਿਉਂਕਿ ਉਸ ਦੇ ਤਾਂ ਸਾਡਾ ਕਿਉਂਕਿ ਸਾਡਾ ਅਜੇ ਨਵਾਂ ਜਨਮ ਨਹੀਂ ਹੋਇਆ। ਜੇ ਬੁੜਬੁੜਾਹਟ ਹੀ ਚੱਲਦੀ ਹੈ ਨਾ, ਕਿ ਸਾਡਾ ਨਵਾਂ ਜਨਮ ਨਹੀਂ ਹੋਇਆ। ਪਰਮੇਸ਼ਰ ਸ਼ਕਤੀ ਹੈ, बीज ग्रहण करने लिए तैयार है। नवे जन्म के वेले इसनों सिर्फ पाप का एहसास होया है। अजे इसने पाप मन्निया नहीं, एहसास हो गया है, अजे मन्निया नहीं, इसलिए ये अजे वापस भी जा सकता है। इस घटना ने जिहड़ा कहते रोशनी चमका की हालत दसदी आ, तेरी मर्जी है, निकलना चाहना इस चक्कर चो तो निकल जा, नहीं मर्जी ते रहना चाहना ते रह भी सकता। रोशनी तो चमक रही है। परमेश्वर ने अपना फर्ज की करता भला, तो परमेश्वर ते परमेश्वर का हाँ कोई गल नहीं, अगली बार मैं लिखा के ना डिटेल देना ला दूंगा काम इतों तक कर लो, ठीक है? चलो छोड़ के तो काम कराऊँ तो ऊपर मैं टाइम देखना, टाइम से ज़्यादा चलना, दुआ करना हमेशा लंबा है पूरा। कितनी देर आप जल्दबाजी करके भी मजा नहीं होना, करके छोटा छोटा करके ना थोड़े समय के बीच ही, और घर जाके भी इन्हों बार बार सुनाया करो और एक दूसरे को लिंक भेजा करो। ਜਿਹੜੇ ਵਿਚਾਰੇ ਉਪਦੇਸ਼ ਨੂੰ ਜਾਣਦੇ ਨਹੀਂ ਉਹਨਾਂ ਨੂੰ ਭੇਜਿਆ ਕਰੋ। ਖੁਦਾਵੰਦ ਧੰਨਵਾਦ ਹੋ ਅੱਜ ਇਸ ਸਮੇਂ ਲਈ ਬੈਠ ਕੇ ਜਦੋਂ ਤੇਰੇ ਵਚਨ ਨੂੰ ਸਿੱਖ ਰਹੇ ਹਾਂ, ਨਵੇਂ ਜਨਮ ਦੇ ਵਿਸ਼ੇ ਵਿੱਚ ਗਹਿਰਾਈ ਦੇ ਨਾਲ ਸਮਝ ਰਹੇ ਹਾਂ, ਜ਼ੂਮ ਕਰਕੇ ਦੇਖ ਰਹੇ ਹਾਂ। ਅਸੀਂ ਸਾਰੇ ਜਣੇ ਜਦੋਂ ਇਹ ਵਚਨ ਸੁਣਦੇ ਆਪਣੀ ਆਪਣੀ ਹਾਲਤ ਨੂੰ ਚੰਗੀ ਤਰ੍ਹਾਂ ਸਮਝ ਲਈਏ ਤਾਂ ਕਿ ਕੋਈ ਵੀ ਧੋਖੇ 'ਚ ਨਾ ਰਹੇ। ਪ੍ਰਭੂ ਯਿਸੂ ਮਸੀਹ ਨਾਮ ਦੇ ਵਿੱਚ आमीन। और सारे खुदाम खुदा दा फजल बाप की मोहब्बत भी कर मेरे बाप साहब कौन तो रह गए हमेशा हमेशा तक सब ईमानदारों को सना नाम दी रहे। आमीन। हालेलुया।